ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਗੁਰਪ੍ਰੀਤ ਸਿੰਘ। ਮੁਲਕ ਦੇ ਵਿੱਚ ਇਸ ਵਕਤ ਕਿਸਾਨ ਅੰਦੋਲਨ ਨੇ ਬੀਜੇਪੀ ਦੇ ਲਈ ਨਵੀਂ ਚਿੰਤਾ ਖੜੀ ਕੀਤੀ ਹੋਈ ਹੈ। ਕਿਸਾਨ ਲਗਾਤਾਰ ਬੀਜੇਪੀ ਸਰਕਾਰ ਦੇ ਜਿਹੜੇ 3 ਕਾਨੂੰਨ ਬਣ ਚੁੱਕੇ ਹੁਣ ਐਗਰੀਕਲਚਰ ਆਰਡੀਨੈਂਸਸ, ਉਹਨਾਂ ਦਾ ਵਿਰੋਧ ਕਰ ਰਹੇ ਹੈ। ਉਹਨਾਂ ਥਾਵਾਂ ਤੇ ਜਿੱਥੇ ਕਾਂਗਰਸ ਦੀ ਸਰਕਾਰ ਹੈ ਉੱਥੇ ਥੋੜੇ ਤੇਜ਼ ਨੇ। ਚਾਹੇ ਪੰਜਾਬ, ਹੁਣ ਪੰਜਾਬ ਜਿਸ ਇਤਿਹਾਸਕ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਲੜ ਰਿਹਾ ਉਹ ਆਪਣੇ ਆਪ ਚ ਮਿਸਾਲ ਹੈ ਇਤਿਹਾਸ ਦੀ। ਜਦੋਂ ਸਾਰੀਆਂ ਖੇਤੀ ਜਿੰਨੀਆਂ ਐਗਰੀਕਲਚਰ ਦੇ ਨਾਲ ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਉਹ ਸਾਰੀਆਂ ਇੱਕ ਪਲੇਟਫਾਰਮ ਤੇ ਲੜਾਈ ਲੜ ਰਹੀਆਂ। ਪਰ ਇਸੇ ਵਿਚਕਾਰ ਬੀਜੇਪੀ ਦਾ ਇਲਜ਼ਾਮ ਹੈ ਕਿ ਇਹ ਜਿਹੜੇ ਅੰਦੋਲਨ ਨੇ ਇਹਨਾਂ ਨੂੰ ਸਰਕਾਰ ਖੜੇ ਕਰ ਰਹੀ ਹੈ ਕਾਂਗਰਸ ਦੀ, ਔਰ ਉਹੀ ਇਹ ਇੱਕ ਤਰ੍ਹਾਂ ਦੀ ਗੁੰਡਾਗਰਦੀ ਹੈ ਜਿਹੜੀ ਉਹ ਕਰਵਾਈ ਜਾ ਰਹੀ ਹੈ। ਸਾਡੇ ਨਾਲ ਕਾਂਗਰਸ ਦੇ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਜੁੜੇ ਹੋਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਜੀ ਜਗਬਾਣੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਇਲਜ਼ਾਮ ਹੈ ਤੁਹਾਡੇ ਤੇ ਹੁਣ ਕਿ ਜਿਹੜੇ ਐਗਰੀਕਲਚਰ ਰਿਫਾਰਮਸ ਤੋਂ ਬਾਅਦ ਜਾਂ ਜਿਹੜੇ ਕਾਨੂੰਨ ਸਰਕਾਰ ਨੇ ਬਣਾਏ ਆ, ਸਰਕਾਰ ਦਾ ਦਾਅਵਾ ਹੈ ਚਲੋ ਰਿਫਾਰਮਸ, ਜਿਹੜੇ ਕਾਨੂੰਨ 3 ਸਰਕਾਰ ਨੇ ਬਣਾਏ ਆ, ਉਹਨਾਂ ਦੇ ਪਿੱਛੇ ਜਿਹੜੇ ਪ੍ਰੋਟੈਸਟ ਚੱਲ ਰਹੇ ਆ ਉਹ ਤੁਸੀਂ ਕਰਵਾ ਰਹੇ ਹੋ ਤੇ ਤੁਸੀਂ ਰੋਕ ਨਹੀਂ ਰਹੇ। ਬੀਜੇਪੀ ਦਾ ਇਲਜ਼ਾਮ। ਗੁਰਪ੍ਰੀਤ ਜੀ, ਪੰਜਾਬ ਹਰਿਆਣਾ ਇੱਕ ਅਜਿਹੇ ਸੂਬੇ ਆ ਜਿਹੜੇ ਦੇਸ਼ ਦਾ 70% ਤੋਂ ਵੀ ਜ਼ਿਆਦਾ ਅਨਾਜ ਪੈਦਾ ਕਰਦੇ ਆ, ਔਰ ਮੋਦੀ ਸਰਕਾਰ ਵੱਲੋਂ ਜਦੋਂ ਕਾਲੇ ਕਾਨੂੰਨ ਪਾਸ ਕੀਤੇ ਗਏ, ਜਦੋਂ MSP ਖਤਮ ਕਰਨ ਦੀ ਇੱਕ ਸੋਚੀ ਸਮਝੀ ਚਾਲ ਦੇ ਤਹਿਤ 3 ਕਾਲੇ ਕਾਨੂੰਨ ਪਾਸ ਕੀਤੇ ਗਏ, ਇਸ ਦਾ ਸਭ ਤੋਂ ਜ਼ਿਆਦਾ ਅਸਰ ਜਿਹੜਾ ਪੰਜਾਬ ਤੇ ਹਰਿਆਣਾ ਦੇ ਵਿੱਚ ਹੋਇਆ ਜਾਂ ਹੋਵੇਗਾ। ਤੇ ਜਿਹੜਾ ਉਹਨਾਂ ਦਾ ਇਲਜ਼ਾਮ ਹੈ ਕਿ ਕਾਂਗਰਸ ਸਰਕਾਰ ਕਰਵਾ ਰਹੀ ਹੈ ਜਾਂ ਕਾਂਗਰਸ ਸਰਕਾਰ ਕਰ ਰਹੀ ਹੈ, ਤੇ ਜੋ ਲਗਭਗ 31 ਕਿਸਾਨ ਜਥੇਬੰਦੀਆਂ ਨੇ, ਔਰ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਹੈ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਪਾਰਟੀਆਂ ਦੇ ਝੰਡੇ ਤੋਂ ਉੱਪਰ ਉੱਠ ਕੇ ਅੰਦੋਲਨ ਕਰ ਰਹੀਆਂ, ਔਰ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ, ਬੀਜੇਪੀ ਨੇ, ਕੇਂਦਰ ਸਰਕਾਰ ਨੇ ਜਿਹੜੇ ਕਾਨੂੰਨ ਪਾਸ ਕੀਤੇ ਆ, ਉਹਨਾਂ ਨੂੰ ਉਹ ਆਪਣੇ ਕਿਤੇ ਲਾਗੇ ਵੀ ਨਹੀਂ ਲੱਗਣ ਦੇ ਰਹੀਆਂ, ਔਰ ਉਹਨਾਂ ਦਾ ਜਗ੍ਹਾ ਜਗ੍ਹਾ ਤੇ ਉਹਨਾਂ ਨੂੰ ਘੇਰ ਕੇ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ। ਸੋ ਇਹ ਇਲਜ਼ਾਮ ਸਰਾਸਰ ਗਲਤ ਹੈ। ਇਹ ਕਿਸਾਨਾਂ ਦਾ ਅੰਦੋਲਨ ਹੈ, ਔਰ ਇਹ ਕਿਸਾਨੀ ਨੂੰ ਤੇ ਕਿਸਾਨ ਮਜ਼ਦੂਰਾਂ ਨੂੰ ਬਹੁਤ ਵੱਡੀ ਮਾਰ ਹੈ। ਇਹ ਜਿਹੜੇ ਅੰਦੋਲਨ ਹੈ ਸਿਰਫ ਤੇ ਸਿਰਫ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਨੇ। ਪਰ ਜਿਵੇਂ ਬੀਜੇਪੀ ਦਾ ਕਹਿਣਾ ਵੀ ਹਰਿਆਣੇ ਦੇ ਵਿੱਚ ਵੀ ਇੱਕ ਇਹ ਵੈਸੇ ਨੋਟ ਕਰਨ ਵਾਲੀ ਗੱਲ ਵੀ ਹੈ ਡਾਕਟਰ ਸਾਹਿਬ, ਹਰਿਆਣੇ ਦੇ ਵਿੱਚ ਵੀ ਅੰਦੋਲਨ ਹੋ ਰਹੇ ਸੀ, ਪਰ ਕਿਤੇ ਨਾ ਕਿਤੇ ਉੱਥੇ ਅੰਦੋਲਨ ਮੱਠੇ ਪੈ ਗਏ ਜਾਂ ਮੱਠੇ ਪਾ ਤੇ ਗਏ। ਤੁਸੀਂ ਕੀ ਸਮਝਦੇ ਹੋ, ਇਸ ਤਰ੍ਹਾਂ ਦਾ ਦਬਾਅ ਹੈ ਜਿਹੜਾ ਉਹ ਲੋਕਤੰਤਰਿਕ ਜਥੇਬੰਦੀਆਂ ਤੇ ਨਹੀਂ ਹੋਣਾ ਚਾਹੀਦਾ, ਜਾਂ ਫਿਰ ਬੀਜੇਪੀ ਦੀ ਗੱਲ ਸਹੀ ਹੈ ਵੀ ਤੁਸੀਂ ਕਰਵਾ ਰਹੇ ਹੋ? ਦੇਖੋ, ਬੀਜੇਪੀ ਦੇ ਹਾਲਾਤ ਤਾਂ ਇਹ ਹੋ ਗਿਆ ਕਿ ਬੀਜੇਪੀ ਨੂੰ, ਲੀਡਰਾਂ ਨੂੰ ਕੋਈ ਕਿਤੇ ਚੱਲਣ ਵੀ ਨਹੀਂ ਦਿੰਦਾ, ਕਿਤੇ ਵੜਨ ਵੀ ਨਹੀਂ ਦਿੱਤਾ ਜਾ ਰਿਹਾ, ਔਰ ਕਿਤੇ ਉਹਨਾਂ ਦੀ ਆਪਣੀ ਗੱਲ ਜਿਹੜੀ ਆ ਉਹ ਲੋਕਾਂ ਦੇ ਵਿੱਚ ਰੱਖ ਨਹੀਂ ਪਾ ਰਹੇ। ਔਰ ਹੁਣ ਉਹ ਮਜਬੂਰ ਹੈ, ਔਰ ਆਪਣੀ ਮਜਬੂਰੀ ਨੂੰ ਦੇਖਦੇ ਹੋਏ ਉਹ ਜਿਹੜੇ ਅੰਟ-ਸ਼ੰਟ ਇਲਜ਼ਾਮ ਹੈ ਉਹ ਕਾਂਗਰਸ ਤੇ ਲਗਾ ਰਹੇ ਆ। ਔਰ ਜਦ ਕਿ ਕਿਸਾਨ ਵੀਰਾਂ ਨੇ ਉਹਨਾਂ ਦੇ ਨਾਲ ਵੱਖ-ਵੱਖ ਕਿਸਾਨ ਸੰਗਠਨ 28 ਦੇ ਕਰੀਬ ਉਹਨਾਂ ਦੇ ਨਾਲ ਮੀਟਿੰਗ ਕਰਨ ਗਏ, ਔਰ ਉਹਨਾਂ ਦੇ ਨਾਲ ਮੀਟਿੰਗ ਜਦ ਕਿ ਇਹ ਵਾਅਦਾ ਕੀਤਾ ਸੀ ਕਿ ਕੋਈ ਵੀ ਕੈਬਨਿਟ ਮਿਨਿਸਟਰ ਜਿਹੜਾ ਉਹ ਮੀਟਿੰਗ ਨੂੰ ਜਿਹੜਾ ਲਏਗਾ, ਔਰ ਹੋਇਆ ਉਲਟਾ। ਉਹਨਾਂ ਦੇ ਜ਼ਖਮਾਂ ਤੇ ਮੱਲਮ ਲਗਾਉਣ ਦੀ ਬਜਾਏ ਉੱਥੇ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਗਿਆ, ਔਰ ਜਿੱਥੇ ਕੈਬਨਿਟ ਮਿਨਿਸਟਰ ਨੂੰ ਜਾਂ ਕਿਸੇ ਮੰਤਰੀ ਨੂੰ ਮੀਟਿੰਗ ਲੈਣੀ ਚਾਹੀਦੀ ਸੀ, ਉੱਥੇ ਇੱਕ ਸਿਰਫ ਐਗਰੀਕਲਚਰ ਮਿਨਿਸਟਰ, ਜਿਨ੍ਹਾਂ ਨੇ IAS ਜਿੰਨੇ ਵੀ ਆਫੀਸਰਸ ਹੈ, ਬਿਊਰੋਕਰੈਟਸ ਹੈ, ਜਿਨ੍ਹਾਂ ਨੇ ਕਾਨੂੰਨ ਨੂੰ ਲਾਗੂ ਕਰਨਾ ਹੁੰਦਾ, ਉਹਨਾਂ ਦਾ ਉਸ ਮੀਟਿੰਗ ਦੇ ਨਾਲ ਤਾਂ ਕੋਈ ਸੰਬੰਧ ਹੀ ਨਹੀਂ। ਔਰ ਉਲਟਾ ਪੰਜਾਬ ਦੇ ਵਿੱਚ ਵਰਚੁਅਲ ਰੈਲੀਜ਼ ਕੀਤੀਆਂ ਜਾ ਰਹੀਆਂ, ਔਰ ਵਰਚੁਅਲ ਰੈਲੀਜ਼ ਜੇਕਰ ਆਪਾਂ ਇੱਥੇ ਪੰਜਾਬ ਦੇ ਵਿੱਚ ਵਰਚੁਅਲ ਰੈਲੀਜ਼ ਕਰ ਸਕਦੇ ਹਾਂ, ਤੇ ਅਸੀਂ ਕਿਸਾਨ ਵੀਰ ਜਦੋਂ ਐਡੀ ਦੂਰੋਂ ਚੱਲ ਕੇ ਸੰਗਠਨ ਸਾਰੇ ਉੱਥੇ ਦਿੱਲੀ ਪਹੁੰਚੇ ਆ, ਤੇ ਆਪਾਂ ਜਿਹੜੇ 8 ਮਿਨਿਸਟਰ ਲਗਾਏ ਆ, ਉਹਨਾਂ 8 ਮਿਨਿਸਟਰਾਂ ਨੂੰ ਉੱਥੇ ਬਿਠਾਲ ਕੇ, 8 ਚੋਂ ਘੱਟੋ ਘੱਟ ਇੱਕ ਮਿਨਿਸਟਰ ਨੂੰ ਉੱਥੇ ਬਿਠਾਲ ਕੇ ਕਿਸਾਨ ਸੰਗਠਨਾਂ ਦੀ ਗੱਲ ਤਾਂ ਸੁਣੀ ਜਾ ਸਕਦੀ ਹੈ। ਸੋ ਇਹ ਜੋ ਕੋਝਾ ਮਜ਼ਾਕ ਬੀਜੇਪੀ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ, ਇਹ ਬਹੁਤ ਹੀ ਨਿੰਦਣਯੋਗ ਹੈ।
ਔਰ ਨਹੀਂ ਦੂਸਰਾ ਤੇ ਇਹ ਮੰਤਰੀ ਚਲੋ ਕਿਸਾਨ ਜਥੇਬੰਦੀਆਂ ਨੂੰ ਵੀ ਨਹੀਂ ਮਿਲੇ। ਡਾਕਟਰ ਸਾਹਿਬ ਕੀ ਇਸ ਤਰ੍ਹਾਂ ਦੀ ਸੰਭਾਵਨਾ ਜਾਂ ਇਸ ਤਰ੍ਹਾਂ ਵਿਚਾਰ ਕੀਤਾ ਜਾ ਸਕਦਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਆਪਣੇ ਵੱਲੋਂ ਡਾਇਲੋਗ ਹੀ ਕਰੇ ਚਲੋ ਸੈਂਟਰ ਦੇ ਨਾਲ। ਹਾਲੇ ਸਮਝਾਇਆ ਜਾ ਸਕਦਾ ਹੈ, ਖੇਤੀਬਾੜੀ ਮੰਤਰੀ ਨੂੰ ਮੁੱਖ ਮੰਤਰੀ ਮਿਲ ਸਕਦੇ ਆ ਵੀ ਨਹੀਂ ਸਾਡੇ ਨਹੀਂ ਇਹ ਜਿਹੜੀ ਆ ਕੰਮ ਕਰਨੀ ਆ ਜਾਂ ਵਰਕ ਕਰਨੀ ਆ, ਇਹ ਕਾਨੂੰਨ ਵਿਰੋਧ ਵੱਡਾ ਹੈ ਲੋਕਾਂ ਦਾ। ਦੇਖੋ, ਜਿਸ ਤੱਕ ਪੰਜਾਬ ਸਰਕਾਰ ਦਾ ਸਵਾਲ ਹੈ, ਜਿਸ ਤੱਕ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਹੈ, ਉਹ ਹਮੇਸ਼ਾ ਕਿਸਾਨ ਪੱਖੀ ਰਹੇ ਹੈ। ਉਹਨਾਂ ਦੀ ਸੋਚ ਹਮੇਸ਼ਾ ਕਿਸਾਨ ਪੱਖੀ ਰਹੀ ਹੈ। ਚਾਹੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ, ਜਦੋਂ SYL ਕਨਾਲ ਦਾ ਮੁੱਦਾ, ਜਦੋਂ SYL ਕਨਾਲ ਨੂੰ ਬਣਾਉਣ ਦਾ ਲਗਭਗ ਸੁਪਰੀਮ ਕੋਰਟ ਤੋਂ ਤੈਅ ਹੋ ਗਿਆ, ਜਦੋਂ ਉਦੋਂ ਕੈਪਟਨ ਸਾਹਿਬ ਨੇ 2004 ਦੇ ਵਿੱਚ ਜਿਹੜਾ ਕਾਨੂੰਨ ਪਾਸ ਕੀਤਾ, ਅੱਜ 16 ਸਾਲ ਹੋ ਗਏ ਆ। ਉਹ ਕਾਨੂੰਨ ਅੱਜ ਵੀ ਜਿਹੜਾ 16 ਸਾਲ ਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ ਕਿਸਾਨ ਹੈ, ਉਹ ਅੱਜ ਵੀ ਉਸ ਪਾਣੀ ਦਾ ਜਿਹੜਾ ਫਾਇਦਾ ਆਨੰਦ ਮਾਣ ਰਿਹਾ। ਇਸੇ ਤਰ੍ਹਾਂ ਸਾਡਾ ਇੱਕ ਸਪੈਸ਼ਲ ਸੈਸ਼ਨ 19 ਤਾਰੀਖ ਨੂੰ ਸਾਡੀ ਸਰਕਾਰ ਵੱਲੋਂ, ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੇ ਤਿੰਨੇ ਹੀ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਆ, ਉਸ ਨੂੰ ਨੈਗੇਟ ਕਰਨ ਦੇ ਲਈ, ਉਸ ਨੂੰ ਮਨਫੀ ਕਰਨ ਦੇ ਲਈ ਸਾਡੇ ਵੱਲੋਂ 19 ਤਾਰੀਖ ਨੂੰ ਜੋ ਇਜਲਾਸ ਬੁਲਾਇਆ ਗਿਆ, ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਕੈਪਟਨ ਸਾਹਿਬ ਦਾ ਜੋ ਕਿਸਾਨ ਪੱਖੀ ਜੋ ਸੋਚ ਹੈ, ਉਸ ਦਾ ਇੱਕ ਆਪਣੇ ਆਪ ਦੇ ਵਿੱਚ ਉਸਦਾ ਇੱਕ ਪਹਿਲੂ ਹੈ। ਪਰ ਕੀ ਜਿਹੜਾ ਕੇਂਦਰ ਸਰਕਾਰ ਦਾ ਇਹ ਕਾਨੂੰਨ ਹੈ ਉਹ ਠੀਕ ਹੈ, ਅਸੀਂ ਇੱਕ ਵਿਰੋਧ ਜਤਾ ਸਕਦੇ ਹਾਂ, ਇਹਦੇ ਨਾਲ ਕੋਈ ਫਰਕ ਤਾਂ ਨਹੀਂ ਆਉਣ ਲੱਗਿਆ ਜ਼ਮੀਨੀ ਸਥਿਤੀ ਦੇ ਵਿੱਚ? ਡਾਕਟਰ ਸਾਹਿਬ ਵੈਸੇ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜੇ ਵਿਧਾਨ ਸਭਾ ਇਹਨਾਂ ਨੂੰ ਰੱਦ ਕਰਨ ਦਾ ਮਤਾ ਵੀ ਲਿਆਉਂਦੀ ਹੈ ਤਾਂ ਪ੍ਰੈਕਟੀਕਲੀ ਤਾਂ ਕੋਈ ਫਰਕ ਨਹੀਂ ਪਊਗਾ ਨਾ ਕਾਨੂੰਨ ਤੇ? ਦੇਖੋ, ਜੇਕਰ ਅਸੀਂ ਕਾਨੂੰਨ ਦੀ ਗੱਲ ਕਰੀਏ, ਜੇਕਰ ਸੰਵਿਧਾਨ ਦੀ ਗੱਲ ਕਰੀਏ, ਸੰਵਿਧਾਨ ਦੇ ਵਿੱਚ ਜਿਹੜਾ ਸ਼ੈਡਿਊਲ 7 ਹੈ, ਇਫ ਆਈ ਐਮ ਨਾਟ ਰੋਂਗ, ਉਸ ਦੇ ਵਿੱਚ ਇੱਕ ਤਾਂ ਯੂਨੀਅਨ ਲਿਸਟ ਹੈ, ਜਿਸ ਦੇ ਤਹਿਤ ਜਿੰਨੀ ਵੀ ਉਹ ਲਿਸਟ ਹੈ, ਉਸ ਦੇ ਤਹਿਤ ਜਿਹੜੀ ਹੈ ਕੇਂਦਰ ਸਰਕਾਰ ਕਾਨੂੰਨ ਪਾਸ ਕਰ ਸਕਦੀ ਹੈ। ਉਸ ਤੋਂ ਬਾਅਦ ਇੱਕ ਸਟੇਟ ਲਿਸਟ ਹੈ, ਸਟੇਟ ਲਿਸਟ ਦੇ ਵਿੱਚ ਸਟੇਟ ਜਿਹੜੀ ਹੈ ਕਾਨੂੰਨ ਪਿਓਰਲੀ ਪਾਸ ਕਰਦੀ ਹੈ। ਔਰ ਤੀਸਰੀ ਲਿਸਟ ਜਿਹੜੀ ਸੰਵਿਧਾਨ ਦੇ ਵਿੱਚ ਹੈ, ਕਨਕਰੈਂਟ ਲਿਸਟ। ਇਹ ਤਿੰਨੇ ਲਿਸਟ ਜਿਹੜੀਆਂ ਹਨ, ਇਹ ਤਿੰਨੇ ਲਿਸਟ ਦੇ ਵਿੱਚ ਸਟੇਟ ਲਿਸਟ ਹੈ, ਜਿਹੜਾ ਨਹੀਂ ਪਰ ਖੇਤੀਬਾੜੀ ਤਾਂ ਕਨਕਰੈਂਟ ਲਿਸਟ ਦੇ ਵਿੱਚ ਹੈ ਮੇਰਾ ਖਿਆਲ। ਖੇਤੀਬਾੜੀ ਦਾ ਜਿਹੜਾ ਕੰਮ ਹੈ, ਨੋ, ਖੇਤੀਬਾੜੀ ਜਿਹੜੀ ਹੈ, ਨਹੀਂ, ਖੇਤੀਬਾੜੀ ਜਿਹੜੀ ਸਿਰਫ ਸਟੇਟ ਲਿਸਟ ਵਿੱਚ ਹੈ, ਇਹ ਸਟੇਟ ਦਾ ਸਬਜੈਕਟ ਹੈ। ਪਰ ਇਹ ਤਾਂ ਸ਼ੁਰੂ ਤੋਂ ਹੀ ਡਾਕਟਰ ਸਾਹਿਬ MSP ਸਾਨੂੰ ਸੈਂਟਰ ਗਵਰਨਮੈਂਟ ਦਿੰਦੀ ਹੈ, ਸਾਡੇ ਰੇਟ ਹੈ ਜਿਹੜੇ ਉਹ ਐਗਰੀਕਲਚਰ ਦੇ ਸੈਂਟਰ ਗਵਰਨਮੈਂਟ, ਇਹ ਤਾਂ ਆਜ਼ਾਦੀ ਤੋਂ ਬਾਅਦ ਦਾ ਇਹੀ ਇਸੇ ਤਰੀਕੇ ਦੇ ਨਾਲ ਹੀ ਚੱਲ ਰਿਹਾ, ਉਹੀ ਤੈਅ ਕਰਦੇ ਆ। ਸਾਡੇ ਕੋਲ ਇੰਨੀ ਆਜ਼ਾਦੀ ਤਾਂ ਹੈ ਨਹੀਂ। ਨਹੀਂ, ਕਦੇ ਵੀ ਜਿਹੜਾ ਕੇਂਦਰ ਸਰਕਾਰ ਨੇ ਕੋਈ ਅਜਿਹਾ ਕਾਨੂੰਨ, ਜਿਹੜਾ ਕੇਂਦਰ ਸਰਕਾਰ ਦੇ ਵਿੱਚ ਕਦੇ ਵੀ ਅਜਿਹਾ ਕਾਨੂੰਨ ਨਹੀਂ ਸੀਗਾ। ਯੂਨੀਅਨ ਲਿਸਟ ਦੇ ਵਿੱਚ ਬਿਲਕੁਲ ਐਗਰੀਕਲਚਰ ਨਾਂ ਦਾ ਸ਼ਬਦ ਨਹੀਂ ਹੈ। ਈਵਨ ਕਨਕਰੈਂਟ ਲਿਸਟ ਦੇ ਵਿੱਚ ਵੀ ਜਿਹੜਾ ਟ੍ਰੇਡ ਵਰਡ ਹੈ, ਉਹ ਵੀ ਇੰਡਸਟਰੀ ਦੇ, ਕਮਰਸ ਐਂਡ ਟ੍ਰੇਡ ਇੰਡਸਟਰੀ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ ਵਰਡ ਹੈ। ਕਿਤੇ ਵੀ ਐਗਰੀਕਲਚਰ ਜਿਹੜਾ ਸਬਜੈਕਟ ਆ, ਉਹ ਕੇਂਦਰ ਸਰਕਾਰ ਦਾ ਨਹੀਂ ਹੈ। ਸਭ ਤੋਂ ਪਹਿਲਾਂ ਤੇ ਸੰਵਿਧਾਨ ਦਾ ਜਿਹੜਾ ਉਲੰਘਣ ਹੋਇਆ, ਜਿਹੜਾ ਇਹ ਕੇਂਦਰ ਸਰਕਾਰ ਵੱਲੋਂ ਤਿੰਨੇ ਕਾਨੂੰਨ ਪਾਸ ਕੀਤੇ ਗਏ ਆ, ਇਹ ਜਿਹੜਾ ਸੰਵਿਧਾਨ ਦਾ ਉਲੰਘਣ ਹੈ। ਔਰ ਦੂਸਰਾ, ਇਹਨਾਂ ਕਾਨੂੰਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਤੀਸਰਾ, ਕਿਉਂਕਿ ਇਹ ਸਟੇਟ ਸਬਜੈਕਟ ਹੈ, ਕਿਉਂਕਿ ਇਹ ਫੈਡਰਲ ਰਾਈਟ ਹੈ। ਸੋ ਜੋ ਵੀ ਜਿਹੜਾ ਸੰਵਿਧਾਨ, ਜਿਹੜਾ ਸਪੈਸ਼ਲ ਸੈਸ਼ਨ ਪੰਜਾਬ ਸਰਕਾਰ ਵੱਲੋਂ ਬੁਲਾਇਆ ਜਾ ਰਿਹਾ, ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਵੀ ਉੱਥੇ ਕਾਨੂੰਨ ਪਾਸ ਕੀਤਾ ਜਾਏਗਾ, APMC ਐਕਟ ਨੂੰ ਅਮੈਂਡ ਕੀਤਾ ਜਾਏਗਾ, ਮੈਨੂੰ ਇਹ ਪੂਰੀ ਆਸ ਹੈ ਕਿ ਜਿਹੜੇ ਤਿੰਨੇ ਕਾਲੇ ਕਾਨੂੰਨ ਹੈ, ਇਹਨਾਂ ਨੂੰ ਇਹ ਨੈਗੇਟ ਕਰੇਗਾ ਔਰ ਇਹਨਾਂ ਨੂੰ ਮਨਫੀ ਕਰੇਗਾ। ਅੱਛਾ, ਫਿਰ ਕਿਸਾਨ ਮਤਲਬ ਇੰਨਾ ਸੰਤੁਸ਼ਟ ਹੋ ਸਕਦਾ ਇਸ ਗੱਲ ਤੇ ਵੀ ਜੇ ਉਹਨੂੰ ਚੰਗਾ ਵੀ ਨਹੀਂ ਲੱਗ ਰਿਹਾ ਸੈਂਟਰ ਵਾਲਾ ਕਾਨੂੰਨ, ਤਾਂ ਉਹ ਨਹੀਂ ਲੱਗੂਗਾ ਪੰਜਾਬ ਦੇ ਵਿੱਚ? ਜਾਂ ਪ੍ਰੈਕਟੀਕਲੀ ਮੈਂ ਉਹ ਕਹਿੰਦਾ, ਕਿਉਂਕਿ ਸਾਡੀ ਫਸਲ ਡਾਕਟਰ ਸਾਹਿਬ ਹਾਲੇ ਵੀ ਚੱਕਣੀ ਰਹੂਗੀ ਕੇਂਦਰ ਦੇ ਹੱਥ 'ਚ, MSP ਦੇਣੀ ਰਹੂਗੀ ਕੇਂਦਰ ਦੇ ਹੱਥ 'ਚ। ਫਿਰ ਜੇ ਕੋਈ ਇਸ ਤਰ੍ਹਾਂ ਦਾ ਕੋਈ ਤੁਸੀਂ ਅਮੈਂਡਮੈਂਟ ਆਪਣੇ ਲੈਵਲ ਤੇ, ਦੇਖੋ, ਉਹਨਾਂ ਦੇ ਹੱਥ 'ਚ ਹਾਲੇ ਦੋ ਚੀਜ਼ਾਂ, ਦੇਖੋ ਉਹਨਾਂ ਦੇ ਹੱਥ 'ਚ ਵੀ ਠੀਕ ਹੈ, ਪਰ ਜਿਹੜਾ APMC ਐਕਟ ਦੀ ਅਮੈਂਡਮੈਂਟ ਸਭ ਤੋਂ ਪਹਿਲਾਂ ਜ਼ਰੂਰੀ ਹੈ, ਕਿਉਂਕਿ ਮੰਡੀਆਂ ਨੂੰ ਖਤਮ ਕੀਤਾ ਜਾ ਰਿਹਾ, ਪ੍ਰਾਈਵੇਟ ਮੰਡੀਆਂ ਆ ਰਹੀਆਂ। ਔਰ ਦੂਸਰਾ, ਜੋ MSP ਦੀ ਗੱਲ ਹੈ, MSP ਦੀ ਗੱਲ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਸਾਫ਼ ਕਿਹਾ ਕਿ ਅਸੀਂ ਜਿਹੜੀ MSP ਹੈ ਉਹ ਜਾਰੀ ਰਹੇਗੀ। ਤੇ ਅਸੀਂ ਤੇ ਉਹਨਾਂ ਨੂੰ ਇੱਕੋ ਹੀ ਬੇਨਤੀ ਕਰਨੀ ਚਾਹੁੰਦੇ, ਜਾਂ ਕਿਸਾਨ ਜਥੇਬੰਦੀਆਂ ਵੀ ਇੱਕੋ ਹੀ ਬੇਨਤੀ ਕਰ ਰਹੀਆਂ ਵੀ ਠੀਕ ਹੈ, ਵੀ ਬਲੀਵ ਯੂ, ਪਰੰਤੂ ਅਸੀਂ ਤੁਹਾਡੀ ਵੀਡੀਓ ਅਸੀਂ ਹਰ ਮੰਡੀ ਦੇ ਵਿੱਚ ਨਹੀਂ ਦਿਖਾ ਸਕਦੇ। ਕਿਰਪਾ ਕਰਕੇ ਜਿੱਥੇ ਤੁਸੀਂ 3 ਕਾਨੂੰਨ ਪਾਸ ਕੀਤੇ ਆ, ਉੱਥੇ ਹੀ ਇੱਕ ਜਿਹੜਾ ਚੌਥਾ ਕਾਨੂੰਨ ਹੈ, ਰਾਈਟ ਟੂ MSP ਜਿਹੜਾ ਹੈ, ਉਹ ਤੁਸੀਂ ਪਾਸ ਕਰ ਦਿਓ।
ਤਿੰਨਾਂ ਕਾਨੂੰਨਾਂ ਨੂੰ ਵੀ ਰੱਦ ਕਰਨ ਦੀ ਲੋੜ ਨਹੀਂ, ਰਾਈਟ ਟੂ ਐਮਐਸਪੀ ਪਾਸ ਕਰ ਦਿਓ ਕਿ ਅਸੀਂ ਐਮਐਸਪੀ ਲਾਗੂ ਕਰਾਂਗੇ ਔਰ ਐਮਐਸਪੀ ਤੇ ਜਿਹੜੀ ਹੈ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਖਰੀਦਾਂਗੇ, ਦੈਟਸ ਇਟ। ਹੋਰ ਤਾਂ ਕੋਈ ਬਹੁਤ ਵੱਡੀ ਪਰ ਗੱਲ ਨਹੀਂ ਹੈ। ਬੀਜੇਪੀ ਤਾਂ ਇਹ ਕਹਿੰਦੀ ਹੈ ਨਾ ਵੀ ਜੇ ਰਾਈਟ ਟੂ ਐਮਐਸਪੀ ਪ੍ਰਾਈਵੇਟ ਅਦਾਰਿਆਂ ਤੇ ਪ੍ਰਾਈਵੇਟ ਕੰਪਨੀਆਂ ਤੇ ਐਮਐਨਸੀਜ਼ ਤੇ ਲਾਗੂ ਕਰਦੇ ਆ ਤਾਂ ਉਹ ਇਨਵੈਸਟ ਹੀ ਨਹੀਂ ਕਰਨਗੇ, ਉਹ ਭੱਜ ਜਾਣਗੇ। ਫਿਰ ਉਹ ਕਹਿੰਦੇ ਜੇ ਫਾਇਦਾ ਹੀ ਨਹੀਂ ਉਹਨਾਂ ਨੂੰ ਮਿਲੂਗਾ ਫਿਰ ਉਹ ਕਿਉਂ ਖੜਨਗੇ। ਹਾਂ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਹਦਾ ਮਤਲਬ ਇਹ ਜਿਹੜਾ ਫਾਇਦਾ ਹੈ ਇਹ ਤਾਂ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾ ਰਿਹਾ। ਕਿਸਾਨਾਂ ਦਾ ਤਾਂ ਪਹਿਲਾਂ ਹੀ ਇਹ ਖਦਸ਼ਾ ਹੈ ਕਿ ਪ੍ਰਾਈਵੇਟ ਕੰਪਨੀਆਂ ਨੂੰ ਇਹ ਲੈ ਕੇ ਆ ਰਹੇ ਆ ਔਰ ਕਿਸਾਨਾਂ ਨੂੰ ਮਾਰ ਰਿਹਾ, ਕਿਸਾਨੀ ਨੂੰ ਖਤਮ ਕੀਤਾ ਜਾ ਰਿਹਾ। ਔਰ ਪ੍ਰਾਈਵੇਟ ਪਲੇਅਰ ਜਿੰਨੇ ਵੀ ਹੈ, ਅਡਾਨੀ ਹੈ, ਅੰਬਾਨੀਜ਼ ਔਰ ਜਿੰਨੀਆਂ ਵੀ ਪ੍ਰਾਈਵੇਟ ਜਿੰਨੇ ਵੀ ਕਾਰਪੋਰੇਟ ਸੈਕਟਰ ਹੈ, ਇਹਨਾਂ ਦਾ ਜਿਹੜਾ ਮੁੱਖ ਜਿਹੜਾ ਇਹਨਾਂ ਦੀ ਮਨਸ਼ਾ ਹੈ ਇਹ ਕਾਲੇ ਕਾਨੂੰਨ ਪਾਸ ਕਰਨ ਦੀ, ਉਹ ਇਹੀ ਹੈ ਕਿ ਪੰਜਾਬ ਦੀ ਜ਼ਮੀਨ ਤੇ ਇਹਨਾਂ ਦੀ ਨਜ਼ਰ ਹੈ ਔਰ ਕਿਸਾਨ ਨੂੰ ਇਸ ਹੱਦ ਤੱਕ ਗੁਲਾਮ ਬਣਾ ਦਿੱਤਾ ਜਾਵੇ ਕਿ ਕਿਸਾਨ ਜਿਹੜਾ ਵਿਚਾਰਾ ਮਜਬੂਰ ਹੋ ਜਾਏ ਕਿ ਜਿਹੜੀ ਜ਼ਮੀਨ ਹੈ ਆਪਣੀ ਕੌਡੀਆਂ ਦੇ ਭਾਅ ਵੇਚੇ ਔਰ ਕਿਸਾਨ ਜਿਹੜਾ ਉਸ ਦੀ ਹਾਲਤ ਬਿਹਾਰ ਵਾਲੇ ਕਿਸਾਨ ਦੀ ਹੋ ਜਾਏ। ਕਿਉਂਕਿ ਪਰ ਬੀਜੇਪੀ ਦਾ ਇਹ ਵੀ ਤਰਕ ਹੈ ਡਾਕਟਰ ਸਾਹਿਬ ਵੀ ਜਿੰਨਾ ਚਿਰ ਅਸੀਂ ਖੇਤੀਬਾੜੀ ਦੇ ਵਿੱਚ ਪ੍ਰਾਈਵੇਟ ਸੈਕਟਰ ਨਹੀਂ ਲੈ ਕੇ ਆਉਂਦੇ ਉਹਨਾਂ ਚਿਰ ਕੰਪੀਟੀਸ਼ਨ ਉਹ ਨਹੀਂ ਪੈਦਾ ਹੁੰਦੀ। ਜਿੰਨਾ ਚਿਰ ਅਸੀਂ ਪ੍ਰਾਈਵੇਟਾਈਜ਼ ਨਹੀਂ ਕਰਦੇ ਉਹਨਾਂ ਚਿਰ ਨਵੀਂ ਟੈਕਨੋਲੋਜੀ, ਹੁਣ ਸਰਕਾਰ ਇੰਨਾ ਕਰ ਨਹੀਂ ਸਕਦੀ, ਇੰਨੇ ਬਜਟ ਹੈ ਨਹੀਂ, ਉਹਨਾਂ ਚਿਰ ਆਉਣੀ ਨਹੀਂ ਐਗਰੀਕਲਚਰ ਸੈਕਟਰ। ਬਾਕੀ ਇਹਨਾਂ ਨੂੰ ਸਿੱਧੀ ਮੰਡੀ ਨਾਲ ਜੋੜ ਰਹੇ ਆ, ਮਤਲਬ ਉਹਨਾਂ ਦਾ ਇਹ ਤਰਕ ਹੈ ਜੀ। ਗੁਰਪ੍ਰੀਤ ਜੀ ਇਹ ਜਿਹੜਾ ਗੱਲ ਕਰ ਰਹੇ ਆ ਕਿ ਪ੍ਰਾਈਵੇਟ ਮਾਰਕੀਟ ਜਦ ਤੱਕ ਨਹੀਂ ਆਏਗੀ, ਇਹ ਜਿਹੜਾ ਕਾਨੂੰਨ ਹੈ ਇਸ ਨੂੰ ਜੇ ਆਪਾਂ ਗੱਲ ਕਰੀਏ ਤੇ ਜਿੰਨੀਆਂ ਵੀ ਅਮਰੀਕਨ ਕੰਟਰੀਜ਼ ਨੇ, ਜਿੰਨੀਆਂ ਵੀ ਸਾਡੀਆਂ ਯੂਰਪੀਅਨ ਕੰਟਰੀਜ਼ ਨੇ, ਇਸ ਦੇ ਵਿੱਚ ਬਹੁਤ ਦੇਰ ਤੋਂ ਲਾਗੂ ਕੀਤਾ ਗਿਆ ਵਨ ਨੇਸ਼ਨ ਵਨ ਮਾਰਕੀਟ ਦਾ ਕੰਸੈਪਟ। ਮੈਂ ਕਹਿੰਦਾ ਵੀ ਜੇ ਉੱਥੇ ਹੀ ਇਹ ਕਾਨੂੰਨ ਇੰਨੇ ਕਾਮਯਾਬ ਹੁੰਦੇ ਤੇ ਅੱਜ ਉੱਥੇ ਦਾ ਕਿਸਾਨ $400 ਬਿਲੀਅਨ ਦਾ ਕਰਜ਼ਾ ਹੈ ਅਮਰੀਕਾ ਦੇ ਵਿੱਚ ਔਰ 90% ਜਿਹੜਾ ਕਿਸਾਨ ਹੈ ਅਮਰੀਕਾ ਦਾ ਉਹ ਡਿਸਟ੍ਰੈਸਡ ਹੈ, ਉਹ ਕਨਫਿਊਜ਼ਡ ਹੈ। ਔਰ ਜੇਕਰ ਅਜਿਹਾ ਇਹ ਕਾਨੂੰਨ ਇੰਨਾ ਵਧੀਆ ਹੁੰਦਾ ਤੇ ਫਿਰ ਇਸੇ ਕਾਨੂੰਨ ਨੂੰ ਬਿਹਾਰ ਦੇ ਵਿੱਚ ਵੀ 2006 ਚ ਅਜਮਾਇਆ ਗਿਆ ਔਰ 2006 ਦੇ ਵਿੱਚ ਉਹ ਹਾਲਾਤ ਹੋਇਆ, 14 ਸਾਲ ਹੋ ਗਏ ਆ ਜਿਨ੍ਹਾਂ ਕਿਸਾਨਾਂ ਦੇ ਕੋਲ 2-2 ਏਕੜ ਜ਼ਮੀਨ ਸੀ ਜਿੱਥੇ ਓਪਨ ਮਾਰਕੀਟ ਦੀ ਗੱਲ ਕੀਤੀ ਗਈ। ਅੱਜ ਉਹ ਕਿਸਾਨ ਵਿਚਾਰਾ ਆਪਣੇ 2-2 ਏਕੜ ਛੱਡ ਕੇ ਅੱਜ ਉਹ ਪੰਜਾਬ ਵਰਗੇ ਸੂਬਿਆਂ ਦੇ ਵਿੱਚ ਪਲਾਇਨ ਕਰਨ ਲਈ ਮਜਬੂਰ ਹੈ। ਸੋ ਇਹ ਜੋ ਕਾਨੂੰਨ ਪਾਸ ਕੀਤਾ ਜਾ ਰਿਹਾ ਇਸ ਦਾ ਇੱਕੋ ਹੀ ਜੋ ਮਨਸ਼ਾ ਹੈ ਉਹਨਾਂ ਦੀ ਕਿ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਉਹਨਾਂ ਨੂੰ ਹਥਿਆਰਿਆ ਜਾਵੇ ਔਰ ਪੰਜਾਬੀ ਜਿਹੜੇ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਮਜ਼ਦੂਰ ਬਣ ਕੇ ਉਹ ਦੂਜੇ ਸੂਬਿਆਂ ਦੇ ਵਿੱਚ ਤੁਹਾਨੂੰ ਵੀ ਸ਼ੰਕਾ ਹੈ ਵੀ ਪੰਜਾਬ ਦਾ ਕਿਸਾਨ ਹੈ ਜਿਹੜਾ ਉਹਦਾ ਭਵਿੱਖ ਯੂਪੀ ਦੇ ਜਿਹੜੇ ਲੋਕ ਇੱਧਰ ਆਉਂਦੇ ਆ ਝੋਨਾ ਲਾਉਣ ਲਈ ਉਹਨਾਂ ਵਰਗਾ ਨਾ ਹੋ ਜਾਵੇ। ਬਿਲਕੁਲ ਇਹ ਜਿਹੜਾ ਕਾਨੂੰਨ ਹੈ ਬਿਲਕੁਲ ਇਹ ਅਜਿਹੇ ਹਾਲਾਤ ਹੀ ਪੈਦਾ ਕਰੇਗਾ। ਵੈਸੇ ਕੋਈ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ, ਸਿਰਫ ਜੋ ਐਮਐਸਪੀ ਦੀ ਜੇਕਰ ਗੱਲ ਕਰੀਏ ਤੇ ਗੁਰਪ੍ਰੀਤ ਜੀ ਮੇਰਾ ਖਿਆਲ ਸਿਰਫ 23 ਫਸਲਾਂ ਜਿਹੜੀਆਂ ਉਹਨਾਂ ਤੇ ਐਮਐਸਪੀ ਤੈਅ ਹੈ ਔਰ ਸਿਰਫ 2 ਫਸਲਾਂ ਐਸੀਆਂ ਹੈ ਝੋਨਾ ਤੇ ਕਣਕ ਜਿਹੜੀਆਂ ਐਮਐਸਪੀ ਤੇ ਖਰੀਦੀਆਂ ਜਾਂਦੀਆਂ ਔਰ ਪੰਜਾਬ ਤੇ ਹਰਿਆਣਾ ਦੋਨੇ ਸਟੇਟਸ ਇਨਵੋਲਡ ਹੈ। ਔਰ ਇਸ ਦੇ ਵਿੱਚ ਐਡਾ ਵੱਡਾ ਤੁਸੀਂ ਦੇਖੋ ਵੀ ਜਦੋਂ ਪੂਰਾ ਵਿਸ਼ਵ ਕੋਵਿਡ ਵਰਗੀ ਮਹਾਮਾਰੀ ਦੇ ਨਾਲ ਲੜ ਰਿਹਾ ਔਰ ਜਦੋਂ ਅਸੀਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰ ਰਹੇ ਹਾਂ, ਜਦੋਂ ਅਸੀਂ ਮਾਸਕ ਦੀ ਗੱਲ ਕਰ ਰਹੇ ਹਾਂ ਔਰ ਉਹਨਾਂ ਹਾਲਾਤਾਂ ਦੇ ਵਿੱਚ ਗੁਰਪ੍ਰੀਤ ਜੀ ਅਜਿਹੇ ਕਾਲੇ ਕਾਨੂੰਨ ਲਿਆ ਕੇ ਪੰਜਾਬ ਦੇ, ਹਰਿਆਣੇ ਦੇ ਜਾਂ ਪੂਰੇ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਅੰਦੋਲਨ ਦੀ ਅੱਗ ਦੇ ਵਿੱਚ ਧੱਕਣਾ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਹੈ। ਔਰ ਇਹ ਕੋਈ ਐਡੀ ਜਲਦੀ ਵੀ ਨਹੀਂ ਸੀ। ਇਹਨਾਂ ਆਰਡੀਨੈਂਸ ਨੂੰ, ਇਹਨਾਂ ਕਾਨੂੰਨਾਂ ਨੂੰ ਜਦੋਂ ਸਾਡੇ ਕੋਲ ਕੋਵਿਡ ਅਸੀਂ ਕੰਟਰੋਲ ਕਰ ਲੈਂਦੇ ਉਦੋਂ ਵੀ ਲਿਆਂਦਾ ਜਾ ਸਕਦਾ ਸੀ। ਕਿਸਾਨ ਜਥੇਬੰਦੀਆਂ ਨਾਲ ਜਿਹੜਾ ਡਾਇਲੌਗ ਵੀ ਆਪਾਂ ਕਰ ਸਕਦੇ ਸੀ, ਉਹਨਾਂ ਨੂੰ ਬੁਲਾਇਆ ਜਾ ਸਕਦਾ ਸੀ ਔਰ ਉਹਨਾਂ ਨੂੰ ਬੁਲਾ ਕੇ ਅਜਿਹੇ ਕਾਨੂੰਨ ਵੀ ਲਾਗੂ ਕੀਤੇ ਜਾ ਸਕਦੇ ਸੀ। ਇਹ ਚੋਰ ਦਰਵਾਜ਼ੇ ਰਾਹੀਂ ਜਿਹੜੇ ਕਾਲੇ ਕਾਨੂੰਨ ਉਹਨਾਂ ਨਾਲ ਤਾਂ ਡਾਇਲੌਗ ਹਾਲੇ ਵੀ ਨਹੀਂ ਹੋ ਪਾ ਰਿਹਾ। ਜੇ ਡਾਇਲੌਗ ਨਹੀਂ ਹੁੰਦਾ ਡਾਕਟਰ ਸਾਹਿਬ ਤਾਂ ਕੀ ਸਥਿਤੀ ਫਿਰ ਇਸੇ ਤਰ੍ਹਾਂ ਬਣੀ ਰਹੂਗੀ, ਕਿਉਂਕਿ ਇੱਕ ਜਿਹੜੀਆਂ 2-3 ਕੰਟਰੋਲਸ ਜਿਹੜੇ ਕੇਂਦਰ ਸਰਕਾਰ ਦੇ ਕੋਲ ਹੈ ਕਿ ਸੀਸੀਐਲ ਸਟੇਟਾਂ ਨੂੰ ਉਹਨਾਂ ਨੇ ਜਾਰੀ ਕਰਨੀ ਹੈ, ਉਸ ਤੋਂ ਇਲਾਵਾ ਐਮਐਸਪੀ ਉਹਨਾਂ ਦੇ ਕੋਲ ਹੈ ਜਿਹੜੀ ਉਹ ਚਲੋ ਸਟੇਟਾਂ ਤੋਂ ਹੀ ਕਰਵਾਉਣੀ ਹੈ। ਗੁਰਪ੍ਰੀਤ ਜੀ ਦੇਖੋ ਗੱਲ ਉਹ ਇਹ ਹੈ ਕਿ ਜੇ ਐ ਸਥਿਤੀ ਬਣੀ ਰਹੀ ਤਾਂ ਕੀ ਕਿਸਾਨ ਅੰਦੋਲਨ ਫਿਰ ਇਸੇ ਤਰ੍ਹਾਂ ਜਾਰੀ ਰਹੂਗਾ। ਗੁਰਪ੍ਰੀਤ ਜੀ ਗੱਲ ਹੈ ਵੀ ਗੁਰਪ੍ਰੀਤ ਜੀ ਜਿਹੜੀ ਇਹ ਗੱਲ ਹੈ ਨਾ ਐਕਚੁਅਲੀ ਇਹਨਾਂ ਨੂੰ 1 ਲੱਖ ਕਰੋੜ ਰੁਪਈਆ ਜਿਹੜਾ 90,000 ਕਰੋੜ ਜਾਂ 1 ਲੱਖ ਕਰੋੜ ਰੁਪਈਆ ਕਿਸਾਨਾਂ ਨੂੰ ਇਹ ਦਿੰਦੇ ਆ, ਇਹਨਾਂ ਨੂੰ ਬੇਸਿਕਲੀ ਇਹੀ ਚੁੱਭਦਾ ਹੈ। ਜਦ ਕਿ ਇਹ 1 ਲੱਖ ਕਰੋੜ ਰੁਪਈਆ ਤਾਂ ਪਿਛਲੇ ਜਦ ਤੋਂ ਦੇਸ਼ ਆਜ਼ਾਦ ਹੋਇਆ ਤਦ ਤੋਂ ਕਿਸਾਨਾਂ ਨੂੰ ਦਿੱਤਾ ਜਾ ਰਿਹਾ। ਇਹ ਤਾਂ ਕਿਸਾਨਾਂ ਦਾ ਰਾਈਟ ਹੈ ਔਰ ਇਹਨਾਂ ਨੂੰ ਇਹ ਰਾਈਟ ਬਣਾਉਣ ਦੇ ਵਿੱਚ ਮੇਰਾ ਖਿਆਲ ਕੋਈ ਜਿਹੜਾ ਅਸਹਿਜ ਇਹਨਾਂ ਨੂੰ ਆਪਣੇ ਆਪ ਨੂੰ ਮਹਿਸੂਸ ਨਹੀਂ ਕਰਨਾ ਚਾਹੀਦਾ। ਔਰ ਇਹਨਾਂ ਨੂੰ ਜਿਹੜਾ ਕਿਸਾਨਾਂ ਨੂੰ ਜੋ ਕਿਸਾਨਾਂ ਦੀ ਮੰਗ ਹੈ,
ਜੋ ਸਾਡੇ ਕਿਸਾਨ ਜੋ ਅੰਦੋਲਨ, ਮੇਰਾ ਖਿਆਲ ਹੈ ਕਿ ਇਤਿਹਾਸਕ ਅੰਦੋਲਨ ਆ, ਕਦੀ ਵੀ ਐਡੇ ਵੱਡੇ ਅੰਦੋਲਨ ਜਿਹੜੇ ਆ ਕਿ ਦੇਸ਼ ਦੇ ਵਿੱਚ ਨਹੀਂ ਹੋਏ ਹੋਣਗੇ। ਸੋ ਕਿਸਾਨਾਂ ਨੂੰ ਉਹਨਾਂ ਦੇ ਹੱਕਾਂ ਦੀ ਗੱਲ, ਡਾਇਲੋਗ ਜਿਹੜਾ ਜ਼ਰੂਰ ਕਿਸਾਨ ਵੀਰਾਂ ਨਾਲ ਹੁਣ ਵੀ ਕਰਨਾ ਚਾਹੀਦਾ, ਪਰੰਤੂ ਇਹ ਦਿਲੋਂ ਸਾਫ਼ ਨਹੀਂ ਹੈ, ਇਹ ਢਿੱਡੋਂ ਸਾਫ਼ ਨਹੀਂ ਆ। ਇਹ ਅੰਬਾਨੀ ਤੇ ਅਡਾਨੀਜ਼ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਆ, ਕਾਰਪੋਰੇਟਸ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਆ। ਤੁਸੀਂ ਹੈਰਾਨ ਹੋਵੋਗੇ ਗੁਰਪ੍ਰੀਤ ਜੀ, ਜਦੋਂ ਪੂਰਾ ਦੇਸ਼ ਕੋਵਿਡ ਨਾਲ ਲੜ ਰਿਹਾ ਸੀ ਔਰ ਸਾਰਿਆਂ ਦੀਆਂ 2 ਕਰੋੜ ਤੋਂ ਜ਼ਿਆਦਾ ਨੌਕਰੀਆਂ ਖਤਮ ਹੋ ਗਈਆਂ ਔਰ ਦੇਸ਼ ਦੀ ਜੀਡੀਪੀ ਜਿਹੜੀ -23 ਤੇ ਚਲੀ ਗਈ ਔਰ ਅੰਬਾਨੀ, ਮੁਕੇਸ਼ ਅੰਬਾਨੀ ਦੀ ਇਨਕਮ, ਯੂ ਵਿਲ ਬੀ ਸਰਪ੍ਰਾਈਜ਼ ਟੂ ਨੋ ਕਿ ਜਿਹੜੀ $22 ਬਿਲੀਅਨ ਉਹਨਾਂ ਦੀ ਇਕਨੋਮੀ ਹੈ, ਉਹ ਚ ਫਾਇਦਾ ਹੋਇਆ। ਸੋ ਇਹ ਜਿਹੜਾ ਇੱਕ ਤਰ੍ਹਾਂ ਦਾ ਦੇਸ਼ ਦੀ ਇਕਨੋਮੀ ਨੂੰ, ਕਿਉਂਕਿ ਐਗਰੀਕਲਚਰ ਸੈਕਟਰ, ਓਨਲੀ ਇੱਕ ਐਗਰੀਕਲਚਰ ਸੈਕਟਰ ਇੱਕ ਅਜਿਹਾ ਸੈਕਟਰ ਹੈ ਜਿਹੜਾ, ਜੇਕਰ ਅੱਜ ਸਾਰੇ ਸੈਕਟਰਸ ਦੀ ਗੱਲ ਕਰੀਏ, ਚਾਹੇ ਮੈਨੂਫੈਕਚਰਿੰਗ ਸੈਕਟਰ ਹੈ, ਚਾਹੇ ਹੋਰ ਜਿੰਨੇ ਵੀ ਇੰਡਸਟਰੀ ਹੈ, ਸਰਵਿਸ ਸਾਰੇ ਜਿਹੜੇ ਸੈਕਟਰ ਹੈ, ਸੈਕਟਰ ਹੈ ਸਾਰੇ ਲੋਸ ਮੈਨੂਫੈਕਚਰਿੰਗ ਤੇ, ਹੈ ਜੀ। ਸਾਰੇ ਸੈਕਟਰਸ ਲੋਸ ਤੇ ਨੇ। ਸਿਰਫ ਐਗਰੀਕਲਚਰ ਇੰਡਸਟਰੀ ਦੀ ਗਰੋਥ 3% ਹੈ ਔਰ ਇਹ ਜਿਹੜੀ ਐਗਰੀਕਲਚਰ ਦੀ ਗਰੋਥ ਹੈ, ਇਹ ਕਿਤੇ ਨਾ ਕਿਤੇ ਇਹਨਾਂ ਨੂੰ ਰੜਕਦੀ ਹੈ ਔਰ ਐਗਰੀਕਲਚਰ ਨੂੰ ਵੀ ਉਸੇ ਤਰ੍ਹਾਂ, ਜਿਸ ਤਰ੍ਹਾਂ PSU ਵੇਚੇ ਨੇ, ਦੇਸ਼ ਦੀਆਂ ਹੋਰ ਵੱਡੀਆਂ ਪ੍ਰਾਪਰਟੀ ਜਿਹੜੀਆਂ ਨਿਲਾਮ ਕੀਤੀਆਂ ਜਾ ਰਹੀਆਂ, ਉਸੇ ਤਰ੍ਹਾਂ ਐਗਰੀਕਲਚਰ ਨੂੰ ਵੀ ਕਾਰਪੋਰੇਟ ਦੇ ਹੱਥਾਂ 'ਚ ਦੇ ਕੇ ਇੱਕ ਸੋਚੀ ਸਮਝੀ ਚਾਲ ਦੇ ਤਹਿਤ ਦੇਸ਼ ਨੂੰ ਮੁੜ ਤੋਂ ਗੁਲਾਮ ਕਰ ਦੇਣਾ ਚਾਹੁੰਦੇ ਆ। ਅੱਛਾ, ਇੱਕ ਸਵਾਲ ਹੋਰ, ਕਿਸਾਨ ਜਥੇਬੰਦੀਆਂ ਦੀ ਕੱਲ ਮੀਟਿੰਗ ਹੋਈ ਸੀ, ਉਹ ਕਿਸਾਨ ਜਥੇਬੰਦੀਆਂ ਵੀ ਇਸ ਗੱਲ ਤੇ ਥੋੜਾ ਜਿਹਾ ਹਲੇ ਉਹਨਾਂ ਨੂੰ ਸ਼ੱਕ ਹੈ। ਇਸ ਤੋਂ ਇਲਾਵਾ ਵੀ ਸਵਾਲ ਉੱਠ ਰਹੇ ਹੈਗੇ ਕਿ ਜੇ ਮੰਨ ਲਿਆ ਜਾਵੇ ਕਿ ਪੰਜਾਬ ਸਰਕਾਰ ਬਿੱਲ ਕੋਈ ਇਸ ਤਰ੍ਹਾਂ ਦਾ ਲੈ ਆਉਂਦੀ ਹੈ ਜਿਹੜਾ ਯੂਨੀਅਨ ਬਿੱਲਸ ਨੂੰ ਜਾਂ ਜਿਹੜੇ ਲਾਜ਼ ਨੇ ਇਹਨਾਂ ਨੂੰ ਨੇਗੇਟ ਕਰ ਦਿੰਦਾ, ਪਰ ਫਿਰ ਵੀ ਉਸ ਤੋਂ ਬਾਅਦ ਇਹ ਜਾਏਗਾ ਗਵਰਨਰ ਹੋਰਾਂ ਦੇ ਕੋਲ, ਤੇ ਫਿਰ ਜੇ ਤੁਸੀਂ ਇਹ ਕਹਿੰਦੇ ਹੋ ਕਿ ਬੀਜੇਪੀ ਦੇ ਲਾਏ ਹੋਏ ਗਵਰਨਰ ਨੇ, ਤਾਂ ਫਿਰ ਉਹ ਇੰਨੀ ਜਲਦੀ ਤੁਹਾਡੇ ਵਾਲਾ ਜਿਹੜਾ ਬਿੱਲ ਹੈ ਉਹਨੂੰ ਪ੍ਰਵਾਨਗੀ ਨਹੀਂ ਦੇਣਗੇ। ਪਹਿਲਾਂ ਦੇਖੋ ਉਹ ਵੀ ਅੜਿਆ ਰਿਹਾ ਬਿੱਲ, ਜਦੋਂ ਸਪੈਸ਼ਲ ਪ੍ਰੋਵੀਜ਼ਨ ਤੇ ਕੁਝ ਬੰਦੇ ਲਾਉਣ ਦੀ ਕੋਸ਼ਿਸ਼ ਹੋਈ। ਜੀ ਐਕਚੁਅਲੀ ਜੇ ਤਾਂ ਗੁਰਪ੍ਰੀਤ ਜੀ ਦੇਖੋ, ਸਰਕਾਰ ਦਾ ਕੰਮ ਹੁੰਦਾ ਸੰਵਿਧਾਨ ਦੇ ਤਹਿਤ ਚੱਲਣਾ ਔਰ ਸੰਵਿਧਾਨ ਦੇ ਤਹਿਤ ਦਿੱਤੀਆਂ ਹੋਈਆਂ ਪਾਵਰਸ ਦੇ ਨਾਲ ਆਪਣੀਆਂ ਪਾਵਰਸ ਨੂੰ ਯੂਜ਼ ਕਰਕੇ ਉਹਨਾਂ ਬਿੱਲਾਂ ਨੂੰ ਪਾਸ ਕਰਨਾ। ਕਿਉਂਕਿ ਮੈਨੂੰ ਪੂਰੀ ਆਸ ਹੈ ਕਿ ਇਹ ਜਿਹੜੇ ਬਿੱਲ ਹੈ ਮੈਜੋਰਿਟੀ ਦੇ ਨਾਲ, ਥੰਪਿੰਗ ਮੈਜੋਰਿਟੀ ਦੇ ਨਾਲ ਵਿਧਾਨ ਸਭਾ ਚੋਂ ਪਾਸ ਹੋਣਗੇ ਔਰ ਜੇਕਰ ਗਵਰਨਰ ਸਾਹਿਬ ਨੂੰ ਜ਼ਰੂਰ ਬੇਨਤੀ ਵੀ ਅਸੀਂ ਕਰਾਂਗੇ ਕਿ ਇਹ ਜਿਹੜੇ ਬਿੱਲ ਹੈ ਇਹ ਕਿਸਾਨਾਂ ਦੇ ਹੱਕਾਂ ਦੀ ਗੱਲ ਹੈ, ਸਿਰਫ ਕਿਸਾਨਾਂ ਦੇ ਹੱਕਾਂ ਦੇ ਲਈ ਸਾਨੂੰ ਇਹ ਜਿਹੜੇ ਬਿੱਲ ਹੈ ਜ਼ਰੂਰ ਉੱਤੇ ਦਸਤਖਤ ਵੀ ਕਰਨੇ ਚਾਹੀਦੇ ਆ ਔਰ ਬਿਲਕੁਲ ਕੇਂਦਰ ਸਰਕਾਰ ਨੂੰ ਇਸ ਤੋਂ ਅਵਗਤ ਵੀ ਕਰਾਉਣਾ ਚਾਹੀਦਾ ਕਿ ਪੰਜਾਬ ਦੀ ਕਿਸਾਨੀ ਜਿਹੜੀ ਅੱਜ ਬਹੁਤ ਪਰੇਸ਼ਾਨ ਹੈ ਔਰ ਇਸ ਦੇ ਤਹਿਤ ਬਾਕੀ ਸੁਪਰੀਮ ਕੋਰਟ ਵੀ ਰਸਤਾ ਹੈ। ਸੁਪਰੀਮ ਕੋਰਟ ਦੇ ਵਿੱਚ ਵੀ ਜੇਕਰ ਸੰਵਿਧਾਨ ਦੀ ਗੱਲ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ, ਇਹ ਕਿਸੇ ਵੀ ਇਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਕੇਂਦਰ ਸਰਕਾਰ ਦੇ। ਕੇਂਦਰ ਸਰਕਾਰ ਅਜਿਹੇ ਬਿੱਲ ਨਹੀਂ ਲਿਆ ਸਕਦੀ, ਨਹੀਂ ਪਾਸ ਕਰ ਸਕਦੀ ਔਰ ਮੈਨੂੰ ਇਹ ਲੱਗਦਾ ਕਿ ਜੇਕਰ ਸੁਪਰੀਮ ਕੋਰਟ ਇੰਪਾਰਸ਼ਲ ਹੋ ਕੇ ਜੇਕਰ ਅਸੀਂ ਸੁਪਰੀਮ ਕੋਰਟ 'ਚ ਜਾਂਦੇ ਹਾਂ ਤੇ ਸੁਪਰੀਮ ਕੋਰਟ ਵੀ ਕੰਸੀਡਰ ਕਰੇਗੀ, ਤਾਂ ਉੱਥੇ ਵੀ ਇਹ ਜਿਹੜੇ ਬਿੱਲ ਹੈ ਉਹ ਬਿਲਕੁਲ ਇਹਨਾਂ ਨੂੰ ਨਲੀਫਾਈ ਕੀਤਾ ਜਾ ਸਕਦਾ। ਚਲੋ, ਬਹੁਤ ਸ਼ੁਕਰੀਆ ਡਾਕਟਰ ਰਾਜਕੁਮਾਰ ਚੱਬੇਵਾਲ ਜਗਬਾਣੀ ਤੇ ਆਪਣਾ ਵਕਤ ਕੱਢਣ। ਜੀ ਗੁਰਪ੍ਰੀਤ ਜੀ, ਥੈਂਕ ਯੂ ਗੁਰਪ੍ਰੀਤ ਜੀ, ਥੈਂਕ ਯੂ।